ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਤੇ ਐਸਜੀਪੀਸੀ ਦੀ ਮੂਹਰਲੀ ਕਤਾਰ ਦੀ ਲੀਡਰਸ਼ਿਪ ਨੂੰ ਘੇਰਦਿਆਂ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਦਾ ਇਸ ਬਾਰੇ ਫੈਸਲਾ ਕੌਮ ਨੂੰ ਨਿਰਾਸ਼ ਕਰਨ ਵਾਲਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕੁਝ ਮੁਲਾਜ਼ਮਾਂ ਤੇ ਕਾਰਵਾਈ ਕਰਕੇ ਸ਼੍ਰੋਮਣੀ ਕਮੇਟੀ ਦੀ ਮੂਹਰਲੀ ਲੀਡਰਸ਼ਿਪ ਖੁਦ ਸੁਰਖਰੂ ਹੋ ਰਹੀ ਹੈ, ਜਦਕਿ ਵੱਡਾ ਸਵਾਲ ਬਾਕੀ ਹੈ ਕਿ 328 ਸਰੂਪ ਆਖਰ ਹੈਣ ਕਿੱਥੇ। ਇਸ ਗੱਲ ਦਾ ਜਵਾਬ ਜਥੇਦਾਰ ਸਾਹਿਬ ਵੀ ਨਹੀਂ ਦੇ ਸਕੇ ਅਤੇ ਸ਼੍ਰੋਮਣੀ ਕਮੇਟੀ ਵੀ ਨਹੀਂ। ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਇਸ ਮਾਮਲੇ 'ਚ ਬਰਾਬਰ ਦੇ ਗੁਨਾਹਗਾਰ ਹਨ। ਉਹਨਾਂ ਦਾ ਕਹਿਣਾ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸਾਰੀ ਕਾਰਵਾਈ ਬਾਦਲਾਂ ਦੇ ਇਸ਼ਾਰੇ ਤੇ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ 3 ਦਿਨ ਪਹਿਲਾਂ 5 ਜਥੇਦਾਰ ਸਾਹਿਬਾਨ ਨੇ ਮੀਟਿੰਗ ਕਰਕੇ ਜਿਹੜੇ ਪਹਿਲਾਂ 267 ਸਨ, ਫਿਰ ਬਾਅਦ ਦੀ 328 ਸਰੂਪਾਂ ਦੇ ਬਾਰੇ ਫੈਸਲਾ ਕੀਤਾ। ਇਸ ਫੈਸਲੇ ਬਾਰੇ ਕੌਮ ਦੇ ਵਿੱਚ ਬੜੀ ਭਾਰੀ ਨਿਰਾਸ਼ਾ ਪਾਈ ਗਈ ਹੈ ਔਰ ਜਥੇਦਾਰ ਸਾਹਿਬਾਨ ਨੂੰ, ਕੌਮ ਨੂੰ ਇਤਨਾ ਨਿਰਾਸ਼ ਨਹੀਂ ਸੀ ਕਰਨਾ ਚਾਹੀਦਾ ਜਿਤਨਾ ਉਹਨਾਂ ਨਿਰਾਸ਼ ਕੀਤਾ ਹੈਗਾ। ਸਭ ਤੋਂ ਵੱਡੀ ਗੱਲ ਹੈ ਕਿ ਇਸ ਫੈਸਲੇ ਦੇ ਵਿੱਚ ਵੀ ਉਹਨਾਂ ਸਰੂਪਾਂ ਦੇ ਵੇਅਰ ਅਬਾਊਟਸ ਕਿੱਥੇ ਹੈਗੇ, ਉਹ ਸਰੂਪ ਗਏ ਕਿੱਥੇ। ਬਾਦਲ ਦਾ ਰਾਜ ਹੈ, ਬਾਦਲ ਦਾ ਰਾਜ ਕਾਜ ਦੇ ਵਿੱਚ ਪੰਜਾਬ ਵਿੱਚ ਵੀ ਰਾਜ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਵੀ ਰਾਜ ਹੈ। 328 ਸਰੂਪ ਇਹ ਮੰਨਦੇ ਪੈਣ ਬਈ ਨਹੀਂ ਹੈਗੇ, ਉਹ ਸਰੂਪ ਗਏ ਕਿੱਥੇ, ਕੀ ਬਣਿਆ। ਇੱਕ ਸਰੂਪ ਦੀ ਖਰਾਬੀ ਹੋਈ ਸੀ 2015 ਤੇ ਸਾਰੀ ਕੌਮ ਦੇ ਵਿੱਚ ਤਰਥੱਲੀ ਮਚ ਗਈ ਸੀ ਔਰ ਉਹਦੇ ਵਿੱਚ 2 ਸਿੰਘ ਵੀ ਸ਼ਹੀਦ ਹੋ ਗਏ। ਇਹ ਤੇ 328 ਸਰੂਪ ਇਹਨਾਂ ਗਾਇਬ ਕੀਤੇ ਜਾਂ ਉਹਨਾਂ ਨਾਲ ਕੀ ਹੋਇਆ ਹੈ, ਇਸ ਬਾਰੇ ਜਥੇਦਾਰ ਸਾਹਿਬਾਨ ਬੋਲੇ ਨਹੀਂ। 2 ਕਲਰਕ ਸਸਪੈਂਡ ਕਰ ਦਿਓ ਜੀ, ਇੱਕ ਉਹ ਸਕੱਤਰ ਸਸਪੈਂਡ ਕਰ ਦਿਓ ਜੀ, ਇੱਕ ਉਹ ਸਸਪੈਂਡ ਕਰ ਦਿਓ। ਵਾਟ ਇਜ਼ ਆਲ ਦਿਸ? ਇਹ ਕੀ ਮਜ਼ਾਕ ਕਰ ਰਹੇ ਹੋ ਕੌਮ ਨਾਲ। ਤੁਸੀਂ ਪਹਿਲਾਂ ਕਮੇਟੀ ਬਣਾਈ, ਉਹ ਇਨਕੁਆਇਰੀ ਕਮੇਟੀ ਵਿੱਚ ਹੀ ਭੱਜ ਗਈ। ਤੁਸੀਂ ਆਪਣਾ ਫੈਸਲਾ ਜਥੇਦਾਰ ਸਾਹਿਬ ਦੇ ਦਿੱਤਾ ਜੀ, 267 ਸਰੂਪ ਛਪੇ ਹੀ ਕੋਈ ਨਹੀਂ। ਫਿਰ ਆਪਣੀ ਗੱਲ ਨੂੰ ਕੱਟ ਕੇ 5 ਜਥੇਦਾਰਾਂ ਵਿੱਚ ਬੈਠ ਕੇ ਤੁਸੀਂ ਕਹਿ ਰਹੇ ਹੋ ਜੀ ਇਹ 267 ਨਹੀਂ 328 ਸਰੂਪ ਹੈਗੇ। ਇਹ ਕਿਹੜੀਆਂ ਇੰਸਟਰਕਸ਼ਨਸ ਬਾਦਲ ਤੁਹਾਨੂੰ ਦੇ ਰਿਹਾ ਹੈ ਅਤੇ ਕਿਹੜੀਆਂ ਇੰਸਟਰਕਸ਼ਨਸ 'ਤੇ ਤੁਸੀਂ ਕੰਮ ਕਰ ਰਹੇ ਹੋ। ਕੀ ਬਾਦਲ ਗੁਨਾਹਗਾਰ ਨਹੀਂ ਹੈਗਾ? ਜੇ ਹਰਚਰਨ ਸਿੰਘ ਨੇ ਇਹ ਗੱਲ ਛੁਪਾਈ ਹੈ, ਕਿ ਗੋਬਿੰਦ ਸਿੰਘ ਲੌਂਗੋਵਾਲ ਨੇ ਗੱਲ ਨਹੀਂ ਛੁਪਾਈ ਕੌਮ ਕੋਲੋਂ? ਕੀ ਉਹ ਉੱਤਰਦਾਈ ਨਹੀਂ ਹੈਗਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ? ਕੀ ਉਸ ਵਕਤ ਦਾ ਹੋਮ ਮਿਨਿਸਟਰ ਅਤੇ ਅਕਾਲੀ ਦਲ ਬਾਦਲ ਦਾ ਪ੍ਰਧਾਨ, ਕੀ ਉਸਨੂੰ ਨਹੀਂ ਪਤਾ ਵੀ 200 ਇਤਨੇ ਸਰੂਪ ਜਿਹੜੇ ਹੈਗੇ ਇਹ ਖਰਾਬ ਹੋ ਗਏ? ਉਸ ਗੁਰਦੁਆਰੇ 'ਚ ਅੱਗ ਵੀ ਲੱਗ ਗਈ, ਪਾਣੀ ਦੀਆਂ ਬੁਛਾਰਾਂ ਵੀ ਪਈਆਂ। ਕੀ ਸੁਖਬੀਰ ਸਿੰਘ ਬਾਦਲ ਨੂੰ ਕੁਝ ਨਹੀਂ ਪਤਾ ਲੱਗਾ? ਜੇ ਪਤਾ ਲੱਗਾ ਤਾਂ ਕੀ ਉਹ ਦੋਸ਼ੀ ਨਹੀਂ? ਜੇ ਬਾਕੀ ਦੇ ਦੋਸ਼ੀ ਹੈਗੇ, ਜੇ ਸਰਦਾਰ ਰੂਪ ਸਿੰਘ ਦੋਸ਼ੀ ਹੈ, ਹਰਚਰਨ ਸਿੰਘ ਦੋਸ਼ੀ ਹੈ, ਬਾਕੀ ਦੇ ਦੋਸ਼ੀ ਹਨ, ਤੇ ਇਹ ਕਿਉਂ ਨਹੀਂ ਦੋਸ਼ੀ? ਇਹ ਕਿਹੜਾ ਪੈਮਾਨਾ ਹੈਗਾ ਤੁਹਾਡਾ? ਇਹਨਾਂ ਨੂੰ, ਸਾਨੂੰ ਇਤਨੀ ਕੱਲ ਕੌਮ ਜਾਣਨਾ ਚਾਹੁੰਦੀ ਹੈ। ਜਥੇਦਾਰ ਸਾਹਿਬ ਹੱਥ ਜੋੜ ਕੇ, ਤੁਸੀਂ ਬੜੀ ਉੱਚੀ ਪਦਵੀਆਂ 'ਤੇ ਬੈਠੇ ਹੋ, ਉੱਚੀ ਪਦਵੀਆਂ ਦੀ ਕਦਰ ਕਰੋ। ਉੱਚੀਆਂ ਪਦਵੀਆਂ 'ਤੇ ਗਲਤ ਫੈਸਲੇ ਕਰਕੇ ਇਹਨਾਂ ਪਦਵੀਆਂ ਦੀ ਮਹੱਤਤਾ ਘਟਾਓ ਨਹੀਂ। ਸਾਰਾ ਜਗਤ ਦਾ ਸਿੱਖ ਜਿਹੜਾ ਹੈਗਾ ਅੱਜ ਤੁਹਾਡੇ ਇਸ ਬਿਆਨ ਤੋਂ ਬੜਾ ਦੁਖੀ ਹੈਗਾ। ਕੀ ਤੁਸੀਂ ਸਿੱਖ ਕੌਮ ਦਾ ਦੁੱਖ ਮਹਿਸੂਸ ਨਹੀਂ ਕਰ ਰਹੇ ਹੋ? ਇਸ ਵਕਤ ਮਹਿਸੂਸ ਕਰੋ। ਇਤਨੀ ਉੱਚੀ ਪਦਵੀ 'ਤੇ ਬੈਠ ਕੇ ਵੀ ਸਿੱਖ ਕੌਮ ਦੀ ਤੁਸੀਂ ਬੇਬਲਤਾ ਨਹੀਂ ਮਹਿਸੂਸ ਕਰ ਰਹੇ। ਜੇ ਹਰਚਰਨ ਸਿੰਘ ਦੋਸ਼ੀ ਹੈ, ਡਾਕਟਰ ਰੂਪ ਸਿੰਘ ਦੋਸ਼ੀ ਹੈ, ਤੇ ਇਹ ਕਿੱਥੋਂ ਨਿਰਦੋਸ਼ ਹੋ ਗਏ? ਇਹ ਤਾਂ ਸਭ ਤੋਂ ਪਹਿਲਾਂ ਤੇ ਦੋਸ਼ੀ ਹੈਗੇ। ਇਸ ਕਰਕੇ ਮੈਨੂੰ ਗੱਲ ਬੜੇ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਬਈ ਇੱਕੋ ਜਿਹਾ ਵਿਵਹਾਰ ਹੋਣਾ ਚਾਹੀਦਾ ਹੈ। ਇਹ ਲੈਣ ਦੇਣ ਦੇ ਵੱਟੇ ਲੈਦਾ ਨਹੀਂ ਹੋਣਾ ਚਾਹੀਦਾ ਹੈ। ਔਰ ਸਾਨੂੰ ਇਹ ਵੀ ਪਤਾ ਲੱਗਾ ਵੀ ਇਹ ਸਾਰੇ ਫੈਸਲੇ ਕਿਸ ਨੂੰ ਬਰਖਾਸਤ ਕਰਨਾ ਹੈ, ਕਿਸ ਨੂੰ ਰੱਖਣਾ ਹੈ, ਕਿਸ ਨੂੰ ਕੱਢਣਾ ਹੈ, ਕਿਸ ਨੂੰ ਸਸਪੈਂਡ ਕਰਨਾ ਹੈ, ਕਿਸ ਦੇ ਉੱਪਰ ਫੌਜਦਾਰੀ ਦੇ ਮੁਕੱਦਮੇ ਚੱਲਣੇ ਨੇ, ਇਹ ਸਾਰਾ ਕੁਝ ਸੁਖਬੀਰ ਸਿੰਘ ਬਾਦਲ ਦੀਆਂ ਡਿਕਟੇਸ਼ਨਸ ਦੇ ਉੱਪਰ ਕੀਤਾ ਗਿਆ। ਵੱਡਾ ਬਾਦਲ ਤੇ ਵਿਚਾਰਾ ਬਿਮਾਰ ਪਿਆ, ਉਹ ਤਾਂ ਪਿੰਡ ਘਰੋਂ ਨਿਕਲਦਾ ਹੀ ਕੋਈ ਨਹੀਂ। ਇਸੇ ਕਰਕੇ ਜਥੇਦਾਰ ਸਾਹਿਬ, ਕੌਮ ਦੀ ਜਵਾਬਦੇਹੀ ਹੈਗੀ ਤੁਹਾਡੀ, ਔਰ ਕੌਮ ਹੈ ਤੁਹਾਡੇ ਕੋਲ ਪੁੱਛ ਸਕਦੀ ਹੈ ਤੁਸੀਂ ਇਹ ਫੈਸਲਾ
ਕਿਹਨਾਂ ਬਿਨਾਂ ਤੇ ਇਹ ਫੈਸਲਾ ਕੀਤਾ ਹੈ। ਤੁਸੀਂ ਹਾਲੇ ਤੱਕ 6 ਮਹੀਨੇ ਹੋ ਗਏ ਨੇ, ਦਿੱਲੀ ਗੁਰਦੁਆਰਾ ਕਮੇਟੀ ਬਾਰੇ ਵੀ ਕਮੇਟੀ ਨਹੀਂ ਬਣਾਈ, ਚੋਰੀ ਚਕਾਰੀ ਬਾਰੇ 2 ਹਫ਼ਤੇ ਦਾ ਫੈਸਲਾ ਕਰਕੇ 6 ਮਹੀਨੇ ਲਗਾਤੇ। ਇਸ ਤੋਂ ਵੱਡੀ ਨਜਾਇਜ਼ ਗੱਲ ਹੋ ਸਕਦੀ ਹੈ ਕੋਈ? ਜੇ ਹੋ ਸਕਦੀ ਹੈ ਤਾਂ ਦੱਸੋ। ਇਸ ਕਰਕੇ ਬਈ ਸਰਸਾ ਬਾਦਲਾਂ ਦਾ ਬੜਾ ਝੇਤਾ ਹੈਗਾ, ਉਸ 'ਤੇ ਆਂਚ ਨਾ ਆਵੇ। ਤੁਹਾਨੂੰ ਮਹਿਸੂਸ ਹੋ ਗਿਆ ਵੀ ਸਰਸੇ ਨੇ ਬੜੀ ਭਾਰੀ ਚੋਰੀ ਕੀਤੀ ਇਹਦੇ ਵਿੱਚ, ਤੇ ਤੁਸੀਂ ਕਮੇਟੀ ਬਣਾਉਣ ਤੋਂ ਹੀ ਮੁਨਕਰ ਹੋ ਗਏ ਹੋ। ਫਿਰ ਸਾਨੂੰ ਚਿੱਠੀਆਂ ਲਿਖਦੇ ਪਏ ਹੋ ਤੁਸੀਂ ਮਹੀਨਾ ਸਵਾ ਮਹੀਨਾ ਪਹਿਲਾਂ ਵੀ ਦੱਸੋ ਜੀ ਤੁਸੀਂ ਕਬੂਲ ਕਰੋਗੇ ਜੇ ਮੈਂ ਕਮੇਟੀ ਬਣਾਵਾਂ ਜੀ? ਅਸੀਂ ਕਹਾਂ ਜੀ ਕਬੂਲ ਹੈ ਜੀ, ਕਬੂਲ ਹੈ 3 ਵਾਰੀ ਕੀ 6 ਵਾਰੀ ਕਹਿ ਬੈਠੇ ਆ ਕਬੂਲ ਹੈ, ਹਾਲੇ ਵੀ ਕਬੂਲ ਹੈ। ਬੜਾ ਅਫਸੋਸ ਹੈਗਾ। ਦੇਖੋ ਇਹਨਾਂ ਨੂੰ ਕੋਈ ਵੀ ਨਵਾਂ ਬੰਦਾ ਜੁਆਇਨ ਨਹੀਂ ਕਰ ਰਿਹਾ। ਇੱਕ ਗੱਲ ਤੇ ਮੈਂ ਤੁਹਾਨੂੰ ਕਲੈਰਿਟੀ ਕਰ ਦਿਆਂ, ਸਾਰੇ ਉਹੀ ਪੁਰਾਣੇ ਠੱਕੇ ਟਕੋਸਲੇ ਜਿਹੜੇ ਨੇ ਚੁੱਕ ਕੇ ਲਿਆਂਦੇ ਨੇ, ਉਹਨਾਂ ਦੇ ਗਲੇ 'ਚ ਮੁੜ ਕੇ ਹਾਰ ਪਾ ਛੱਡ ਦਿੰਦੇ, ਹਾਂਜੀ ਅੱਜ ਇਤਨੇ ਜੁਆਇਨ ਹੋ ਗਏ, ਇਤਨੇ ਜੁਆਇਨ ਹੋ ਗਏ। ਕੋਈ ਜੀ ਅੱਜ ਇਹਨਾਂ ਪ੍ਰਤੀ ਲੋਕਾਂ ਦੀ ਇਹਨਾਂ ਦੀਆਂ ਕਰਤੂਤਾਂ ਕਰਕੇ ਨਫ਼ਰਤ ਹੈ ਗਈ। ਇਹਨਾਂ ਦੇ ਕਾਰੇ ਜਿਹੜੇ ਨੇ ਕਿਸੇ ਵੀ ਜਗ੍ਹਾ ਚਲੇ ਜਾਓ, ਇਹਨਾਂ ਦੇ ਕਾਰੇ ਠੀਕ ਨਹੀਂ ਹੈਗੇ। ਸਿਰਸੇ ਦਾ ਕੀ ਹੈ, ਉਹਨਾਂ ਦਾ ਆਪਣਾ ਮੈਂਬਰ ਹੀ ਕਹਿ ਰਿਹਾ ਭਾਈਆ ਤੂੰ ਦੱਸ ਤੂੰ ਸੁਖਬੀਰ ਬਾਦਲ ਦੇ ਕਿੰਨੇ ਰੁਪਈਏ ਖਾਦੇ ਤੇ 3 ਥੱਪੜ ਕਿਉਂ ਪਏ? ਜਦ ਇਹ ਜੀਆਂ ਪਬਲਿਕ ਡੋਮੇਨ ਤੇ ਗੱਲਾਂ ਆ ਜਾਣ ਬਈ ਥੱਪੜ ਪਏ, ਪੈਸੇ ਖਾਦੇ, ਕੀ ਰਹਿ ਗਿਆ ਬਾਕੀ ਇੱਜ਼ਤ ਇਹਨਾਂ ਦੀ? ਕੋਈ ਬਾਕੀ ਇੱਜ਼ਤ ਰਹਿ ਗਈ? ਸਾਨੂੰ ਕੀ ਲੋੜ ਪਈ ਇਹਨਾਂ ਬਾਰੇ ਗੱਲਾਂ ਕਰਨ ਦੀ? ਆਪੇ ਬਾਬਾ ਸਾਰੀਆਂ ਗੱਲਾਂ ਉਜਾਗਰ ਕਰੇਗਾ, ਸੰਗਤਾਂ ਨੂੰ ਦੱਸਣਗੇ, ਇਹ ਵੀ ਦੱਸਣਗੇ, ਉਹ ਵੀ ਦੱਸਣਗੇ, ਕਿੰਨੀ ਦੇਰ ਛੁਪਾ ਲੈਣਗੇ। ਬਾਕੀ ਜਿਹੜੀ ਗੱਲ ਹੈਗੀ ਮੈਂਬਰਾਂ ਦੀ, ਉਹਨਾਂ ਦੀ ਜ਼ਮੀਰ ਵੀ ਮਰ ਚੁੱਕੀ ਹੈਗੀ, ਜਿਹੜੇ ਇਸ ਵਕਤ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਹੋ ਕੇ ਵੀ ਇਹਨਾਂ ਦੇ ਨਾਲ ਬਹਿੰਦੇ ਨੇ, ਇਹਨਾਂ ਦੇ ਨਾਲ ਆਪਣਾ ਸਾਥ ਦਿੰਦੇ ਨੇ। ਪਰ ਇੱਕ ਗੱਲ ਦੇ ਤੇ ਉਹ ਵਕਤ ਬੜਾ ਨੇੜੇ ਹੈਗਾ, ਇਹਨਾਂ ਦੀ ਜਵਾਬਦੇਹੀ ਪੂਰੀ ਹੋਏਗੀ। ਔਰ ਇਹ ਤਾਂ ਅੱਜ 5-5 ਲੱਖ ਰੁਪਏ ਦਾ ਵਕੀਲ ਖਰਚ ਕਰ ਰਹੇ ਨੇ ਬਈ ਸਾਡੀਆਂ ਚੋਣਾਂ ਜਿਹੜੀਆਂ ਨੇ ਉਹ ਹੋਰ ਅੱਗੇ ਵਧਣ। ਸ਼ਾਇਦ ਇਸ ਕਰਕੇ ਵੀ ਬਾਦਲਾਂ ਨੇ ਇੰਸਟਰਕਸ਼ਨ ਦਿੱਤੀ ਹੋਵੇ ਸਰਸੇ ਨੂੰ ਵੀ ਥੋੜ੍ਹਾ ਜਿਹਾ ਵਕਤ ਹੋਰ ਕੱਢ, ਜਿਹੜੀ ਤੂੰ ਸਾਡੀ ਚੋਰੀ ਚਕਾਰੀ ਕੀਤੀ ਉਹਦੀ ਭਰਪਾਈ ਹੋਰ ਕਰ ਸਾਡੇ ਕੋਲੋਂ। ਸ਼ਾਇਦ ਇਹ ਮਤਲਬ ਹੋਏਗਾ ਇਸ ਗੱਲ ਦਾ। ਬਾਦਲਾਂ ਨੇ ਵੀ ਤੇ ਆਪਣੇ ਰਿਸੀਵ ਕਰਨੇ ਹੀ ਨਾ ਜੀ ਪੈਸੇ। ਬਾਕੀ ਅੰਤ ਦੇ ਵਿੱਚ ਮੈਂ ਫਿਰ ਜਥੇਦਾਰ ਸਾਹਿਬਾਨ ਨੂੰ, ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਦਾ, ਜਥੇਦਾਰ ਸਾਹਿਬ ਤੁਸੀਂ ਇਸ ਫੈਸਲੇ ਦੀ ਜਿਹੜਾ ਮੁੜ ਤੋਂ ਵਿਚਾਰ ਕਰੋ ਔਰ ਉਹਨਾਂ ਲੋਕਾਂ 'ਤੇ ਵੀ ਐਕਸ਼ਨ ਲਵੋ ਜਿਹੜੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਇਹਦੇ ਵਿੱਚ ਇਨਵੋਲਵ ਹੈਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।